ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਬਹੁਤ ਟਾਈਮ ਤੋਂ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਕੋਈ ਨਾ ਕੋਈ ਦਮਾਲੇ ਦੀ ਵੀਡੀਓ ਅਪਲੋਡ ਕੀਤੀ ਜਾਵੇ। ਅੱਜ ਚੈਨਲ 'ਤੇ ਦਮਾਲੇ ਦੀ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਅੱਜ ਜੋ ਪੁਰਾਤਨ ਸਟਾਈਲ ਦਮਾਲੇ ਦੀ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ, ਦਮਾਲਾ ਸਜਾਉਣ ਤੋਂ ਪਹਿਲਾਂ ਜੋ ਬੇਸ ਤਿਆਰ ਕੀਤੀ ਜਾਂਦੀ ਆ, ਬੇਸ ਤਿਆਰ ਕਰਨ ਲਈ ਬੇਸ ਵਾਲੇ ਕੱਪੜੇ ਦੀ ਲੈਂਥ 7 ਤੋਂ 8 ਮੀਟਰ ਹੋਣੀ ਚਾਹੀਦੀ ਆ। ਬੇਸ ਤਿਆਰ ਕਰਨ ਲੱਗੇ ਸਭ ਤੋਂ ਪਹਿਲਾਂ ਆਪਣੇ ਕੇਸਾਂ ਨੂੰ ਅੱਗੇ ਲੈ ਕੇ ਆਉਣਾ ਜੀ। ਕੇਸਾਂ ਨੂੰ ਅੱਗੇ ਲਿਆ ਕੇ ਕੇਸਾਂ ਤੋਂ ਥੋੜ੍ਹਾ ਜਿਹਾ ਕੱਪੜਾ ਲੰਬਾ ਰੱਖਦੇ ਹੋਏ ਕੇਸਾਂ ਦੇ ਉੱਪਰ ਦੀ ਲੈ ਕੇ ਆਉਣਾ। ਕੇਸਾਂ ਨੂੰ ਪੂਰੇ ਤਰੀਕੇ ਨਾਲ ਉਸ ਕੱਪੜੇ ਦੇ ਵਿੱਚ ਲੈ ਲੈਣਾ ਅਤੇ ਉਸ ਨੂੰ ਇੱਕ ਜੂੜਾ ਇੱਦਾਂ ਕਰ ਦੇਂਗੇ, ਜੂੜਾ ਕਰ ਲੈਣਾ ਹੈ ਕੇਸਾਂ ਦਾ। ਅਤੇ ਜੋ ਕੱਪੜਾ ਬਾਕੀ ਦਾ ਦਮਾਲੇ ਦਾ ਕੱਪੜਾ ਜੋ ਮਗਰ ਰਹਿ ਗਿਆ ਦਮਾਲਾ, ਉਸ ਨੂੰ ਉਸ ਕੇਸਾਂ ਦੀ ਤਰ੍ਹਾਂ ਗਲਾਈ ਦੇ ਵਿੱਚ ਚੱਕਰ ਦੇਣੇ ਸ਼ੁਰੂ ਕਰ ਦੇਣੇ ਆ। ਗੋਲ ਦਸਤਾਰ ਸਜਾਉਂਦੇ ਆ ਜਿੱਦਾਂ, ਅਤੇ ਗੋਲ ਦਸਤਾਰ ਦੀ ਤਰ੍ਹਾਂ ਸਜਾਉਂਦੇ ਹੋਏ ਕੋਸ਼ਿਸ਼ ਕਰਨੀ ਆ ਕਿ ਬੇਸ ਨਾ ਹੀ ਤਾਂ ਜ਼ਿਆਦਾ ਟਾਈਟ ਹੋਵੇ ਅਤੇ ਨਾ ਹੀ ਜ਼ਿਆਦਾ ਢਿੱਲੀ ਹੋਵੇ। ਬੇਸ ਬੰਨ੍ਹਦੇ ਹੋਏ ਧਿਆਨ ਰੱਖਣਾ ਕਿ ਬੇਸ ਖਿਸਕੇ ਨਾ, ਕਿਉਂਕਿ ਟਾਈਟ ਜਾਂ ਢਿੱਲੀ ਹੋਣ ਕਾਰਨ ਬੇਸ ਖਿਸਕ ਵੀ ਸਕਦੀ ਆ। ਅਤੇ ਨਾਲ ਹੀ ਕੋਸ਼ਿਸ਼ ਕਰਨੀ ਹੈ ਕਿ ਬੇਸ ਜਾਂ ਦਮਾਲਾ ਸਜਾਉਣ ਲੱਗੇ ਕੱਪੜਾ ਮੂੰਹ ਦੇ ਵਿੱਚ ਨਾ ਲਿਆ ਜਾਵੇ। ਅਤੇ ਜਦੋਂ 3 ਜਾਂ 4 ਗੇੜੇ ਦੇ ਲਏ, ਉਸ ਤੋਂ ਬਾਅਦ ਦਮਾਲੇ ਦਾ ਕੱਪੜਾ ਅੱਗਿਓਂ ਉੱਪਰ ਨੂੰ ਖੋਲ੍ਹਣਾ ਆ ਅਤੇ ਪ੍ਰੋਪਰ ਬੇਸ ਦੀ ਸ਼ੇਪ ਤਿਆਰ ਕਰਨ ਲਈ ਉਸ ਨੂੰ ਮਗਰੋਂ ਵੀ ਖੋਲ੍ਹਣਾ ਆ। ਅਤੇ ਚਾਰੇ ਪਾਸਿਆਂ ਤੋਂ ਕੱਪੜਾ ਖੋਲ੍ਹਦੇ ਹੋਏ ਕੱਪੜੇ ਨੂੰ ਪ੍ਰੋਪਰ ਪੂਰੇ ਤਰੀਕੇ ਨਾਲ ਪੂਰਾ ਖੋਲ੍ਹਣਾ। ਕੋਸ਼ਿਸ਼ ਕੀਤਾ ਜਾਵੇ ਕਿ ਕੱਪੜਾ ਜਦੋਂ ਖੋਲ੍ਹਣਾ ਆ ਤਾਂ ਉਹ ਪੂਰੀ ਤਰ੍ਹਾਂ ਹੇਠੋਂ ਮੱਥੇ ਤੋਂ ਜਿੱਥੋਂ ਬੰਨ੍ਹਣਾ ਸ਼ੁਰੂ ਕੀਤਾ ਸੀ ਉੱਥੋਂ ਖੋਲ੍ਹਿਆ ਜਾਵੇ ਅਤੇ ਉਸ ਨੂੰ ਪੂਰੀ ਤਰ੍ਹਾਂ ਖੋਲ੍ਹਦੇ ਹੋਏ ਗੇੜੇ ਦੇਣੇ ਨੇ। ਇਸੇ ਤਰ੍ਹਾਂ ਗੇੜੇ ਦਿੰਦੇ ਹੋਏ ਉਸ ਬੇਸ ਨੂੰ ਪੂਰੀ ਤਰ੍ਹਾਂ ਉੱਪਰ ਖੁੱਲ੍ਹੀ ਹੋਈ ਬੇਸ ਨੂੰ ਕੱਪੜੇ ਨੂੰ ਮੋੜ ਲੈਣਾ ਅਤੇ ਮੋੜਦੇ ਹੋਏ ਉਸ ਦੇ ਉੱਪਰ ਦੀ ਜੋ ਕੱਪੜਾ ਵਾ ਉਸ ਨੂੰ ਹੇਠੋਂ ਅਤੇ ਉੱਪਰੋਂ ਦੋਨੇ ਪਾਸਿਓਂ ਮੋੜ ਕੇ ਉਸ ਨੂੰ ਦੱਬ ਲੈਣਾ ਤਾਂ ਜੋ ਕਿ ਉਹ ਬਾਹਰ ਨਾ ਨਿਕਲੇ, ਜਿਸ ਨਾਲ ਕਿ ਬੇਸ ਦੀ ਸ਼ੇਪ ਜੋ ਤਿਆਰ ਕਰ ਰਹੇ ਹਾਂ ਉਹ ਸ਼ੇਪ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਤਿਆਰ ਹੋ ਸਕੇ। ਅਤੇ ਉਸ ਤੋਂ ਬਾਅਦ ਇੱਕ ਚੱਕਰ ਬੇਸ ਨੂੰ ਖਿਡਾਉਣ ਲਈ ਜੋ ਦੇਣਾ ਆ ਹੇਠਾਂ ਦੀ ਪੂਰੀ ਤਰ੍ਹਾਂ ਉਸ ਬੇਸ ਨੂੰ ਜੋ ਦੱਬ ਲਏਗਾ 3-4 ਚੱਕਰ ਦੇਣੇ ਨੇ। ਅਤੇ ਕੋਸ਼ਿਸ਼ ਇਹ ਰੱਖਣੀ ਹੈ ਕਿ ਆਪਣੀ ਬੇਸ ਆ ਜੋ ਜ਼ਿਆਦਾ ਟਾਈਟ ਜਾਂ ਜ਼ਿਆਦਾ ਢਿੱਲੀ ਨਾ ਹੋਵੇ। ਅਤੇ ਦਮਾਲੇ ਦੀ ਬੇਸ ਦਾ ਕੱਪੜਾ ਜਾਂ ਦਮਾਲਾ ਜ਼ਿਆਦਾ ਵੱਡਾ ਹੋਣ ਕਰਕੇ ਜੋ ਵਲ ਪੈਂਦੇ ਨੇ ਉਹਨਾਂ ਦਾ ਧਿਆਨ ਰੱਖਣਾ ਕਿ ਵਲ ਨਾਲ ਦੀ ਨਾਲ ਕੱਢੇ ਜਾਣ। ਵਲਾਂ ਨੂੰ ਨਾਲ ਦੀ ਨਾਲ ਕੱਢਣਾ ਆ। ਅਤੇ ਜਿਸ ਤਰ੍ਹਾਂ ਕਿ ਪਹਿਲਾਂ ਲੜ ਖੋਲ੍ਹੇ ਸੀਗੇ, ਇਕੱਲਾ ਲੜ ਉੱਪਰ ਨੂੰ ਖੋਲ੍ਹ ਰਹੇ ਸੀ, ਉਸੇ ਤਰ੍ਹਾਂ ਜੋ ਬਾਕੀ ਕੱਪੜਾ ਰਹਿ ਗਿਆ, ਬਾਕੀ ਕੱਪੜੇ ਦੇ ਨੂੰ ਵੀ ਇਸੇ ਤਰ੍ਹਾਂ ਖੋਲ੍ਹਣਾ। ਪੂਰੀ ਤਰ੍ਹਾਂ ਚੱਕਰ ਦੇਣ ਤੋਂ ਬਾਅਦ ਜੋ ਕੱਪੜਾ ਉੱਪਰ ਨੂੰ ਖੋਲ੍ਹ ਰਹੇ ਹਾਂ, ਚੱਕਰ ਦੇ ਨਾਲ ਹੀ ਜਦੋਂ ਆਪਾਂ ਪਿੱਛੇ ਆ ਗਏ ਉਸ ਨੂੰ ਪਿੱਛੋਂ ਖੋਲ੍ਹਣਾ ਅਤੇ ਜਦੋਂ ਅੱਗੇ ਆ ਗਏ ਉਸ ਨੂੰ ਅੱਗਿਓਂ ਖੋਲ੍ਹਣਾ। ਚਾਰੇ ਪਾਸਿਆਂ ਤੋਂ ਪੂਰੀ ਤਰ੍ਹਾਂ ਕੱਪੜਾ ਖੁੱਲ੍ਹਣਾ ਚਾਹੀਦਾ। ਉਸ ਤੋਂ ਬਾਅਦ ਉਸ ਕੱਪੜੇ ਨੂੰ ਵਿਚਾਲਿਓਂ ਹੇਠਾਂ ਨੂੰ ਮੋੜ ਕੇ ਇੱਕ ਗੇੜਾ ਦੂਸਰੇ ਲੋਟ ਇੱਕ ਚੱਕਰ ਦੇ ਦੇਣਾ ਤਾਂ ਕਿ ਉਹ ਮੋੜਿਆ ਹੋਇਆ ਕੱਪੜਾ ਦੱਬ ਲਿੱਤਾ ਜਾਵੇ
ਅਤੇ ਬਾਹਰ ਨਾ ਨਿਕਲੇ, ਜਿਸ ਨਾਲ ਕਿ ਸ਼ੇਪ ਖਰਾਬ ਨਾ ਹੋਵੇ। ਅਤੇ ਬਾਕੀ ਹੁਣ ਵੇਸ ਦਾ ਸਿਰ ਢੱਕ ਲੈਣਾ ਆ ਤਾਂ ਜੋ ਵੇਸ ਪ੍ਰੋਪਰ ਸ਼ੇਪ 'ਚ ਆ ਜਾਵੇ। ਨਾਲ ਹੀ ਕੋਸ਼ਿਸ਼ ਕੀਤੀ ਜਾਵੇ ਕਿ ਵੇਸ ਨਾ ਹੀ ਜ਼ਿਆਦਾ ਅੱਗੇ ਹੋਵੇ ਅਤੇ ਨਾ ਹੀ ਜ਼ਿਆਦਾ ਪਿੱਛੇ ਹੋਵੇ, ਅਤੇ ਵੇਸ ਨੂੰ ਥੋੜ੍ਹਾ ਜਿਹਾ ਪਿੱਛੇ ਵੀ ਰੱਖਿਆ ਜਾਵੇ, ਜ਼ਿਆਦਾ ਵਧੀਆ ਲੱਗਦੀ ਆ। ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਵੇਸ ਬੰਨ੍ਹਣ ਲੱਗੇ ਜ਼ਿਆਦਾ ਟਾਈਟ ਜਾਂ ਢਿੱਲੀ ਨਾ ਬੰਨ੍ਹੀ ਜਾਵੇ, ਤਾਂ ਕਿ ਤੁਹਾਡੀ ਵੇਸ ਟੇਢੀ ਨਾ ਹੋ ਜਾਵੇ। ਵੇਸ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ। ਵੇਸ ਦੀ ਸ਼ੇਪ, ਗਲਾਈ ਅਤੇ ਵੇਸ ਟੇਢੀ ਨਹੀਂ ਹੋਣੀ ਚਾਹੀਦੀ। ਧਿਆਨ ਰੱਖਣਾ ਕਿ ਵੇਸ ਜ਼ਿਆਦਾ ਟੇਢੀ ਜਾਂ ਟੇਢੀ ਨਾ ਹੋਵੇ। ਅਤੇ ਵੇਸ ਆਪਣੀ ਤਿਆਰ ਹੋ ਚੁੱਕੀ ਹੈ ਜੀ। ਵੇਸ ਤੋਂ ਬਾਅਦ ਜੋ ਦਮਾਲਾ ਬੰਨ੍ਹਣਾ, ਦਮਾਲਾ ਬੰਨ੍ਹਣ ਲਈ ਦਮਾਲੇ ਦੀ ਲੈਂਥ 9 ਤੋਂ 10 ਮੀਟਰ ਹੋਣੀ ਚਾਹੀਦੀ ਹੈ ਜੀ। ਪਹਿਲਾਂ ਦਮਾਲੇ ਨੂੰ ਇੱਕ ਸਾਈਡ 'ਤੇ ਨੂੰ ਰੱਖਣਾ ਵਾ, ਕੰਨ ਵਾਲੀ ਸਾਈਡ 'ਤੇ ਨੂੰ, ਅਤੇ ਉਸ ਦੇ ਉੱਪਰ ਦੀ ਇੱਕ ਗੋਲ ਚੱਕਰ ਦੇ ਦੇਣਾ ਜੀ, ਤਾਂ ਕਿ ਜੋ ਲਾੜਾ ਉਹ ਦੱਬ ਲਿਆ ਜਾਵੇ ਅਤੇ ਬਾਹਰ ਨੂੰ ਨਿਕਲੇ। ਉਸ ਤੋਂ ਬਾਅਦ ਗਲਾਈ 'ਚ 2 ਜਾਂ 3 ਗੇੜੇ ਦੇਣ ਤੋਂ ਬਾਅਦ, ਜੋ ਇਹ ਆਪਾਂ ਗਲਾਈ 'ਚ ਗੇੜੇ ਦਿੱਤੇ ਨੇ, ਧਿਆਨ ਰੱਖਣਾ ਕਿ ਗਲਾਈ 'ਚ ਗੇੜੇ ਦੇਣ ਵੇਲੇ ਜੋ ਦਮਾਲੇ ਨੂੰ ਆਪਾਂ ਨੇ ਉੱਪਰਲੀ ਸਾਈਡ ਤੋਂ ਵੀ ਮੋੜਨਾ ਅਤੇ ਹੇਠਲੀ ਸਾਈਡ ਤੋਂ ਵੀ ਮੋੜਨਾ, ਦੋਨੇ ਸਾਈਡਾਂ ਤੋਂ ਮੋੜਨਾ ਆ। ਉਸ ਚੱਕਰ ਦੇਣ ਤੋਂ ਬਾਅਦ ਦੋਨੇ ਸਾਈਡਾਂ ਤੋਂ ਮੋੜਦੇ ਹੋਏ ਜੀ ਮਗਰਲੇ ਪਾਸਿਓਂ ਗਰਦਨ ਦੇ ਕੋਲੋਂ ਲੜ ਨੂੰ ਉੱਪਰ ਨੂੰ ਘੁਮਾਉਣਾ ਅਤੇ ਅੱਖ ਵੱਲ ਨੂੰ ਲੈ ਕੇ ਆਉਣਾ ਹੈ ਜੀ। ਅਤੇ ਉਸੇ ਤਰ੍ਹਾਂ ਜਦੋਂ ਲੜ ਹੇਠਾਂ ਆ ਗਿਆ ਤਾਂ ਹੇਠਾਂ ਆਪਣੇ ਫੇਸ ਤੋਂ ਹੇਠਲੇ ਪਾਸਿਓਂ ਅੱਖ ਦੇ ਕੋਲ ਦੀ ਹੋ ਕੇ ਉੱਪਰ ਨੂੰ ਜਾਏਗਾ, ਤਾਂ ਇੱਕ ਕਾਢੀ ਦੀ ਸ਼ਕਲ ਤਿਆਰ ਹੋ ਜਾਊਗੀ ਜੀ। ਕਾਢੀ ਦੀ ਸ਼ਕਲ 'ਚ ਸਾਈਨ ਤਿਆਰ ਹੋ ਕੇ ਉਸ ਤੋਂ ਬਾਅਦ ਇੱਕ ਚੱਕਰ ਗਲਾਈ 'ਚ ਦੇ ਦੇਣਾ ਜੀ। ਚੱਕਰ ਗਲਾਈ 'ਚ ਦੇਣ ਤੋਂ ਬਾਅਦ ਨਾਲ ਹੀ ਦਮਾਲੇ ਨੂੰ ਪ੍ਰੋਪਰ ਖੋਲ ਕੇ ਅਗਲੇ ਪਾਸਿਓਂ ਸਿਰ ਢੱਕ ਲੈਣਾ। ਸਿਰ ਢੱਕਣ ਵੇਲੇ ਜਦੋਂ ਮਗਰੋਂ ਕੱਪੜਾ ਵਿੱਚ ਦੇਣਾ ਆ ਸਿਰ ਢਕਿਆ ਹੋਇਆ, ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਉਹ ਕੱਪੜਾ ਮਗਰਲੇ ਪਾਸੇ ਪ੍ਰੋਪਰ ਤਰੀਕੇ ਨਾਲ ਵਿੱਚ ਆ ਜਾਵੇ, ਅਤੇ ਨਾਲ ਹੀ ਉਹ ਕੱਪੜਾ ਇੱਕ ਜਗ੍ਹਾ ਇਕੱਠਾ ਨਾ ਹੋ ਜਾਵੇ, ਤਾਂ ਜੋ ਦਮਾਲਾ ਬੰਨ੍ਹਣ ਵੇਲੇ ਸ਼ੇਪ ਮਗਰਲੇ ਪਾਸਿਓਂ ਖਰਾਬ ਹੋ ਜਾਵੇ। ਉਸ ਕੱਪੜੇ ਨੂੰ ਪੂਰੇ ਤਰੀਕੇ ਨਾਲ ਵਿੱਚ ਦੇ ਕੇ ਫਿਰ ਉਸੇ ਤਰ੍ਹਾਂ ਗਰਦਨ ਤੋਂ ਅੱਖ ਵਾਲੇ ਪਾਸੇ ਨੂੰ ਹੇਠਾਂ ਨੂੰ ਲੜ ਆਉਣਾ। ਲੜ ਨਹੀਂ, ਇਹ ਜੋ ਲੜ ਲਾਉਣੇ ਆ ਦੋਨੋਂ, ਇਹਨਾਂ 'ਚ ਸਫਾਈ ਰੱਖਣੀ ਹੈ ਜੀ। ਇਹ ਲੜ ਦੇ ਵਿਚਕਾਰ ਜੋ ਦੋਹਾਂ ਦੇ ਵਿੱਚ ਉੱਪਰ ਜੋ ਅੰਤਰ ਆ, ਘੱਟੋ ਘੱਟ 4 ਜਾਂ 5 ਉਂਗਲ ਦਾ ਅੰਤਰ ਹੋਣਾ ਚਾਹੀਦਾ ਜੀ। ਉੱਪਰਲੇ ਪਾਸੇ ਘੱਟੋ ਘੱਟ 4 ਜਾਂ 5 ਉਂਗਲ ਦਾ ਦੋਨਾਂ ਲੜਾਂ ਦੇ ਵਿੱਚ ਅੰਤਰ ਹੋਵੇ, ਅਤੇ ਇਹ ਲੜ ਮਗਰਲੇ ਪਾਸੇ ਬਿਲਕੁਲ ਗਰਦਨ ਦੇ ਵਿੱਚੋਂ ਲੱਗਣਾ ਜੀ। ਅਤੇ ਨਾਲ ਹੀ ਜੋ ਆਪਣੇ ਮੱਥੇ 'ਤੇ ਜਿੱਥੋਂ ਕੇਸ ਸ਼ੁਰੂ ਹੁੰਦੇ ਨੇ, ਉੱਥੇ ਇੱਕ ਕਾਢੀ ਦਾ ਸਾਈਨ ਜੋ ਆ ਤਿਆਰ ਹੋ ਜਾਣਾ ਜੀ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਜੀ, ਉਹ ਸਿਰ ਦੀ ਉੱਪਰਲੀ ਸਾਈਡ ਤੋਂ ਮੱਥੇ ਦੇ ਨੂੰ ਹੇਠਾਂ ਨੂੰ ਚੰਦ ਦੀ ਸ਼ੇਪ 'ਚ ਲੈ ਕੇ ਆਉਣਾ, ਅਤੇ ਉਸਨੂੰ ਚੰਦ ਦੀ ਸ਼ੇਪ 'ਚ ਲੈ ਕੇ ਆਉਂਦੇ ਹੋਏ ਕੋਸ਼ਿਸ਼ ਕੀਤਾ ਜਾਵੇ ਕਿ ਲੜ ਨੂੰ ਉੱਪਰੋਂ ਮੋੜਿਆ ਜਾਵੇ ਅਤੇ ਹੇਠੋਂ ਮੋੜਿਆ ਜਾਵੇ ਪ੍ਰੋਪਰ ਤਰੀਕੇ ਨਾਲ। ਜਾਂ ਲੜ ਦੇ ਵਿੱਚ 2 ਜਾਂ 3 ਬਲ ਪਾਉਣੇ ਆ ਜੀ। ਉਸ ਦੇ ਵਿੱਚ ਬਲ ਪਾਉਣ ਲੱਗੇ ਧਿਆਨ ਰੱਖਿਆ ਜਾਵੇ ਕਿ ਉੱਪਰਲਾ ਲੜ ਖਿਸਕੇ ਨਾ। ਇਹ ਲੜ ਨਾ ਹੀ ਬਹੁਤਾ ਢਿੱਲਾ ਹੋਵੇ ਅਤੇ ਨਾ ਹੀ ਬਹੁਤਾ ਟਾਈਟ ਹੋਵੇ। ਇਹ ਲੜ ਮੱਥੇ ਤੋਂ ਹੇਠਾਂ ਨੂੰ ਹੁੰਦੇ ਹੋਏ ਦੁਬਾਰਾ ਫੇਰ ਉਸੇ ਤਰ੍ਹਾਂ ਜਿੱਦਾਂ ਕਿ ਉੱਪਰੋਂ ਆਇਆ ਸੀਗਾ, ਉਸੇ ਤਰ੍ਹਾਂ ਉੱਪਰ ਨੂੰ ਜਾਣਾ। ਇੱਕ ਚੰਦ ਦੀ ਸ਼ਕਲ, ਚੰਦ ਦੀ ਸ਼ੇਪ ਤਿਆਰ ਹੋ ਜਾਣੀ ਹੈ ਜੀ। ਅਤੇ ਲੜ ਉੱਪਰ ਜਾਣ ਤੋਂ ਬਾਅਦ ਉਸੇ ਲੜ ਨੂੰ, ਜੋ ਲੜ ਪਹਿਲਾਂ ਉੱਪਰੋਂ ਹੇਠਾਂ ਨੂੰ ਲੈ ਕੇ ਆਏ ਸੀ, ਉਸ ਤੋਂ ਥੋੜ੍ਹਾ ਜਿਹਾ ਥੱਲੇ ਰੱਖਦੇ ਹੋਏ ਉਸ ਲੜ ਨੂੰ ਹੇਠੋਂ ਰੱਖਦੇ ਹੋਏ ਜੋ ਪਹਿਲਾ ਲੜ ਲਾਇਆ ਜੀ ਚੰਦ ਦੀ ਸ਼ੇਪ 'ਚ, ਉਸ ਤੋਂ ਸ਼ੇਪ 'ਚ ਚੰਦ ਦੀ ਸ਼ੇਪ 'ਚ ਹੀ ਲੜ ਲਾਉਣਾ, ਅਤੇ ਲੜ ਥੋੜ੍ਹਾ ਜਿਹਾ ਉਸ ਤੋਂ ਉੱਪਰ ਲਾਉਣਾ ਜੀ। ਅਤੇ ਉਸ ਦੇ ਵਿੱਚ ਵਲ ਪਾ ਲੈਣੇ ਆ, ਅਤੇ ਨਾਲ ਹੀ ਜੋ ਸਾਈਡ 'ਤੇ ਪੁਰਾਤਨ ਸਟਾਈਲ ਦੀ ਸ਼ੇਪ ਬਣਦੀ ਆ,
ना ही साइड तो उसनों अंगूठे ਅਤੇ ਉਂਗਲ ਦੀ ਮਦਦ ਨਾਲ ਲੜ ਨੂੰ ਦੱਬਣਾ ਆ, ਤਾਂ ਜੋ ਦਮਾਲਾ ਸਾਈਡ ਤੋਂ ਵੀ ਪ੍ਰੋਪਰ ਸ਼ੇਪ ਵਿੱਚ ਆ ਜਾਵੇ। ਹੇਠੋਂ ਲੜ ਥੋੜ੍ਹੇ ਥੋੜ੍ਹੇ ਹੇਠਾਂ, ਮਗਰਲੇ ਪਾਸਿਓਂ ਲੜ ਥੋੜ੍ਹੇ ਥੋੜ੍ਹੇ ਹੇਠਾਂ ਅਤੇ ਮੂਹਰਲੇ ਪਾਸਿਓਂ ਲੜ ਥੋੜ੍ਹੇ ਥੋੜ੍ਹੇ ਉੱਪਰ ਨੂੰ ਜਾਣਗੇ ਜੀ। ਅਤੇ ਇਹ ਜੋ ਅੱਗੇ ਚੰਦ ਦੀ ਸ਼ੇਪ 'ਚ ਲੜ ਤਿਆਰ ਹੋ ਰਹੇ ਨੇ, ਜਿੱਦਾਂ ਲੜ ਲਗਾਉਂਦੇ ਜਾਵਾਂਗੇ ਇਹ ਚੰਦ ਦੀ ਸ਼ੇਪ ਗਲਾਈ 'ਚ ਉੱਪਰ ਨੂੰ ਬਣਦੀ ਜਾਵੇਗੀ ਜੀ। ਅਤੇ ਦੂਸਰੀ ਪਾਸੇ ਬੈਕ ਸਾਈਡ ਚੰਦ ਦੀ ਸ਼ੇਪ ਬਣਦੀ ਆ, ਉਹ ਹੇਠਾਂ ਨੂੰ ਆਉਂਦੇ ਜਾਣਗੇ ਲੜ। ਅਤੇ ਜਦੋਂ ਆਪਾਂ ਸਾਈਡ 'ਤੇ ਆਉਂਦੇ ਹਾਂ ਜੀ, ਸਾਈਡ 'ਤੇ ਉਸ ਨੂੰ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਲੜ ਨੂੰ ਦੱਬਣਾ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਸਾਰੇ ਲੜ ਬਰਾਬਰ ਹੀ ਦੱਬੇ ਜਾਣ। ਇਹ ਨਾ ਹੋਵੇ ਕਿ ਉਹਨਾਂ ਦੀ ਵਿੱਥ ਆ ਜੋ ਘਟਦੀ ਜਾਵੇ। ਠੀਕ ਹੈ ਜੀ, ਲੜਾਂ ਨੂੰ ਪੂਰੇ ਤਰੀਕੇ ਨਾਲ ਬਰਾਬਰ ਹੀ ਦੱਬਣਾ, ਸਾਰੇ ਲੜ ਬਰਾਬਰ ਦੱਬਣੇ ਨੇ। ਅਤੇ ਜੋ ਸਾਈਡ ਤੋਂ ਦੱਬਦੇ ਆ ਉਹਨਾਂ ਦੀ ਵਿੱਥ ਅਤੇ ਉਹਨਾਂ ਦੀ ਕੰਨ ਦੀ ਜੋ ਕੰਨ ਤੋਂ ਮਤਲਬ ਲੰਬਾਈ ਆ ਉਹ ਬਰਾਬਰ ਹੋਣੀ ਚਾਹੀਦੀ ਆ, ਦੋਵੇਂ ਪਾਸਿਓਂ ਬਰਾਬਰ ਹੋਣ ਤਾਂ ਜੋ ਦਮਾਲੇ ਦੀ ਸ਼ੇਪ ਸਹੀ ਆ ਸਕੇ। ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਦਮਾਲਾ ਨਾ ਹੀ ਬਹੁਤਾ ਟਾਈਟ ਹੋਵੇ ਅਤੇ ਨਾ ਹੀ ਬਹੁਤਾ ਢਿੱਲਾ ਹੋਵੇ। ਦੋਨੇ ਸਾਈਡਾਂ ਤੋਂ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਦੱਬਦੇ ਜਾਣਾ ਆ। ਅਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਵੇਸ ਅਤੇ ਦਮਾਲੇ ਦਾ ਕੱਪੜਾ ਜ਼ਿਆਦਾ ਲੰਬਾ ਹੋਣ ਕਰਕੇ ਵਲ ਬਹੁਤ ਜ਼ਿਆਦਾ ਪੈਂਦੇ ਨੇ ਅਤੇ ਵਲ ਨਾਲ ਦੀ ਨਾਲ ਕੱਢਦੇ ਜਾਣਾ ਆ। ਇਸੇ ਤਰ੍ਹਾਂ ਜਦੋਂ ਅਗਲੇ ਲੜ ਲਾਉਣੇ ਆ ਤਾਂ ਉੱਪਰਲੇ ਪਾਸਿਓਂ ਲੜ ਲਗਾਉਂਦੇ ਹੋਏ ਜਾ ਰਹੇ ਆ, ਪਿੱਛੇ ਗਰਦਨ 'ਚ ਲੜ ਆਉਂਦੇ ਜਾਣੇ ਆ ਪਿੱਛੋਂ। ਅਗਲੇ ਪਾਸਿਓਂ ਫੇਸ ਵਾਲੇ ਪਾਸਿਓਂ ਲੜ ਉੱਪਰ ਨੂੰ ਜਾਣਗੇ ਜੀ ਅਤੇ ਗਰਦਨ ਵਾਲੇ ਪਾਸਿਓਂ ਲੜ ਹੇਠਾਂ ਨੂੰ ਆਉਣੇ ਆ। ਅਤੇ ਸਾਈਡ ਤੋਂ ਧਿਆਨ ਰੱਖਣਾ ਕਿ ਜੋ ਲੜ ਆਪਾਂ ਅੰਗੂਠੇ ਅਤੇ ਉਂਗਲ ਦੀ ਮਦਦ ਨਾਲ ਦੱਬ ਰਹੇ ਆ ਉਹਨਾਂ ਦੀ ਸ਼ੇਪ ਉਸ ਸਾਈਡ ਦੀ ਸ਼ੇਪ ਬਰਾਬਰ ਰਵੇ, ਉਹਨਾਂ ਦੀ ਵਿੱਥ ਬਰਾਬਰ ਰਵੇ। ਅਤੇ ਜੀ ਮੱਥੇ ਦੀ ਜੋ ਚੜਾਈ ਆ ਉਹ ਸਾਰੇ ਲੜਾਂ 'ਚ ਬਰਾਬਰ ਹੋਣੀ ਚਾਹੀਦੀ ਆ, ਅੱਗੇ ਜਾ ਕੇ ਘਟਣੀ ਨਹੀਂ ਚਾਹੀਦੀ। ਇਸੇ ਤਰ੍ਹਾਂ ਜੋ ਦਮਾਲੇ ਦੇ ਵਿੱਚ ਵਲ ਪੈਂਦੇ ਨੇ ਉਹ ਨਾਲ ਦੀ ਨਾਲ ਕੱਢਦੇ ਰਹਿਣਾ ਵਾ। ਅਤੇ ਇਹ ਵੀ ਧਿਆਨ ਰੱਖਣਾ ਕਿ ਦਮਾਲਾ ਜ਼ਿਆਦਾ ਢਿੱਲਾ ਜਾਂ ਜ਼ਿਆਦਾ ਟਾਈਟ ਨਾ ਹੋਵੇ। ਜਿੱਦਾਂ ਕਿ ਮੂਹਰਿਓਂ ਸਫਾਈ ਲਿਆਂਦੀ ਗਈ ਹੈ ਉੱਦਾਂ ਹੀ ਮਗਰੋਂ ਵੀ ਸਫਾਈ ਲਿਆਉਣੀ ਆ ਪੂਰੀ ਤਰੀਕੇ ਨਾਲ। ਅਤੇ ਸਾਈਡਾਂ ਤੋਂ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਦੱਬਦੇ ਹੋਏ ਪੂਰੀ ਸ਼ੇਪ ਲਿਆਉਣੀ ਆ ਦਮਾਲੇ ਦੀ ਜੀ। ਅਤੇ ਜਦੋਂ ਦਮਾਲਾ ਦਾ ਆਖਰੀ ਲੜ ਰਹਿ ਜਾਣਗੇ ਤਾਂ ਉਹ ਜੋ ਸਾਈਡ ਤੋਂ ਆਪਾਂ ਉਂਗਲੀ ਜਾਂ ਅੰਗੂਠੇ ਦੀ ਮਦਦ ਨਾਲ ਦੋਨਾਂ ਦੀ ਮਦਦ ਨਾਲ ਮੋੜਦੇ ਹਾਂ, ਉਹਨਾਂ ਦੀ ਸ਼ੇਪ ਨੂੰ ਧਿਆਨ 'ਚ ਰੱਖਣਾ ਕਿ ਉਹਨਾਂ ਦੀ ਸ਼ੇਪ ਬਰਾਬਰ ਹੋਵੇ ਅਤੇ ਦੋਨਾਂ ਦੀ ਸ਼ੇਪ ਇੱਕੋ ਜਿਹੀ ਹੋਵੇ। ਉੱਚਾ ਨੀਵਾਂ ਇੱਕ ਪਾਸਿਓਂ ਦਮਾਲਾ ਉੱਚਾ ਟੇਢਾ ਨਾ ਜਾ ਰਿਹਾ ਹੋਵੇ। ਕੋਸ਼ਿਸ਼ ਕਰਨੀ ਹੈ ਕਿ ਦਮਾਲਾ ਟਾਈਟ ਜਾਂ ਢਿੱਲਾ ਨਾ ਹੋਵੇ, ਕਿਉਂਕਿ ਦਮਾਲਾ ਟਾਈਟ ਜਾਂ ਢਿੱਲਾ ਹੋਣ ਕਰਕੇ ਹੀ ਦਮਾਲੇ ਦੀ ਸ਼ੇਪ ਜੋ ਟੇਢੀ ਜਾਂਦੀ ਆ। ਦਮਾਲੇ ਦੀ ਸ਼ੇਪ ਸਿੱਧੀ ਰੱਖਣੀ ਹੈ ਜੀ। ਅਤੇ ਜੋ ਲੜ ਆਪਾਂ ਲਾਉਂਦੇ ਹਾਂ ਉਹ ਹਮੇਸ਼ਾ ਹੀ ਉੱਤੋਂ ਅਤੇ ਹੇਠੋਂ ਮੋੜ ਕੇ ਪੂਰੇ ਤਰੀਕੇ ਨਾਲ ਸਾਫ਼ ਕਰਕੇ ਲਾਉਣਾ ਜੀ। ਅਤੇ ਅੱਗੇ ਫੇਸ ਵਾਲੇ ਪਾਸੇ ਆ ਕੇ ਉਸ ਦੇ ਵਿੱਚ ਆਪਾਂ ਵਲ ਪਾ ਸਕਦੇ ਹਾਂ ਪੂਰੇ ਤਰੀਕੇ ਨਾਲ, ਜੋ ਜਿੱਦਾਂ ਵਲ ਪਾਉਣੇ ਆ ਜੀ। ਅਤੇ ਸਾਈਡ ਤੋਂ ਪ੍ਰੋਪਰ ਤਰੀਕੇ ਨਾਲ ਉਂਗਲੀ ਅਤੇ ਅੰਗੂਠੇ ਦੀ ਸਹਾਇਤਾ ਨਾਲ ਲੜ ਨੂੰ ਮੋੜਨਾ। ਲੜਾਂ ਦੀ ਸਫਾਈ ਦਾ ਧਿਆਨ ਰੱਖਣਾ ਅਤੇ ਨਾਲ ਹੀ ਜੋ ਦਮਾਲੇ ਦੇ ਵਿੱਚ ਵਲ ਪੈਂਦੇ ਨੇ ਵਲ ਨਾਲ ਦੀ ਨਾਲ ਕੱਢਦੇ ਜਾਣਾ ਜੀ। ਅਤੇ ਸਭ ਤੋਂ ਵੱਡਾ ਜੋ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਦਮਾਲੇ ਦੀ ਸ਼ੇਪ ਆ ਉਹ ਜ਼ਿਆਦਾ ਟੇਢੀ ਨਾ ਹੋਵੇ ਅਤੇ ਨਾ ਹੀ ਦਮਾਲਾ ਜ਼ਿਆਦਾ ਟਾਈਟ ਜਾਂ ਜ਼ਿਆਦਾ ਢਿੱਲਾ ਹੋਵੇ ਜੀ।
ਜਦੋਂ ਦਮਾਲੇ ਦਾ ਆਖਰੀ ਲੜ ਲਾਉਣਾ ਤਾਂ ਦਮਾਲੇ ਦਾ ਆਖਰੀ ਲੜ ਲਾਉਣ ਲੱਗੇ ਜੀ, ਜਦੋਂ ਮਗਰਲੇ ਪਾਸਿਓਂ ਹੇਠਲੇ ਪਾਸਿਓਂ ਗਰਦਨ ਕੋਲੋਂ ਲੜ ਆਉਣਾ ਵਾ ਉੱਪਰਲੇ ਪਾਸੇ, ਤਾਂ ਆਖਰੀ ਲੜ ਲਾਉਣ ਵੇਲੇ ਆਖਰੀ ਲੜ ਨੂੰ ਪੂਰੇ ਤਰੀਕੇ ਨਾਲ ਸਾਫ਼ ਕੀਤਾ ਜਾਵੇ। ਆਖਰੀ ਲੜ ਸਾਫ਼ ਲਗਾਉਣਾ ਜੀ, ਅਤੇ ਜੋ ਸਾਈਡਾਂ ਤੋਂ ਲੜ ਲਾਏ ਸੀ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ, ਉਹਨਾਂ ਲੜਾਂ ਨੂੰ ਪ੍ਰੋਪਰ ਤਰੀਕੇ ਨਾਲ ਢੱਕ ਲੈਣਾ ਤਾਂ ਜੋ ਉਹਨਾਂ ਨੂੰ ਪੂਰੀ ਸਫਾਈ ਨਾਲ ਢਕਣਾ ਜੀ, ਪੂਰੇ ਸਾਫ਼ ਲਾਉਣਾ ਆਖਰੀ ਲੜ। ਅਤੇ ਕੋਸ਼ਿਸ਼ ਕੀਤੀ ਜਾਵੇਗੀ ਤੁਹਾਡਾ ਦਮਾਲਾ ਜੋ ਆ ਮਗਰਲੀ ਸਾਈਡ ਹੀ ਆ ਕੇ ਮੁੱਕੇ, ਫਰੰਟ ਤੋਂ ਸ਼ੇਪ ਖਰਾਬ ਹੋ ਜਾਂਦੀ ਹੈ ਜੀ। ਅਤੇ ਆਖਰੀ ਲੜ ਨੂੰ ਮਗਰ ਲਗਾਉਂਦੇ ਹੋਏ ਤੁਹਾਡਾ ਪੁਰਾਤਨ ਸਟਾਈਲ, ਜੰਗੀ ਸਟਾਈਲ ਦਮਾਲਾ ਜਿਹਨੂੰ ਕਹਿੰਦੇ ਨੇ, ਤਿਆਰ ਹੈ ਜੀ। ਅਤੇ ਬਾਕੀ